ਹੈਲਥ ਪਲਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਡਾਕਟਰ ਗੁਰਸਰਨ ਸਿੱਧੂ ਨਾਲ, ਜੋ ਕਿ ਸਿੱਧੂ ਹਸਪੀਟਲ ਦੁਰਾਹਾ ਵਿਖੇ ਪਿਛਲੇ ਇੱਕ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਨੇ। ਡਾਕਟਰ ਸਿੱਧੂ ਸਾਡੇ ਪ੍ਰੋਗਰਾਮਸ 'ਚ ਕਾਫੀ ਵਾਰ ਜੁੜਦੇ ਨੇ ਤੇ ਸਾਨੂੰ ਸਮੇਂ-ਸਮੇਂ ਤੇ ਸਿਹਤ ਸੰਬੰਧੀ ਸੁਝਾਅ ਦਿੰਦੇ ਨੇ। ਸਾਡੀ ਟੀਮ ਨੇ ਡਾਕਟਰ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੋਰੋਨਾ ਦੀ ਸੈਕੰਡ ਵੇਵ ਤਹਿਤ ਹੋਣ ਵਾਲੀਆਂ ਪਰੇਸ਼ਾਨੀਆਂ ਤੇ ਉਹਨਾਂ ਦੇ ਨਿਵਾਰਨ ਦਾ ਹੱਲ ਦੱਸਿਆ। ਉਹਨਾਂ ਨੇ ਦੱਸਿਆ ਕਿ ਜਿਹੜੀ ਦੂਸਰੀ ਵੇਵ ਚੱਲ ਰਹੀ ਹੈ ਇਹ ਕਾਫੀ ਖਤਰਨਾਕ ਹੈ, ਇਸ ਦੇ ਵਿੱਚ ਸਾਰਿਆਂ ਨੂੰ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਔਰ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਨੇ, ਆਓ ਜਾਣਦੇ ਹਾਂ ਡਾਕਟਰ ਗੁਰਸਰਨ ਸਿੱਧੂ ਪਾਸੋਂ। ਦਰਸ਼ਕੋ, ਹੈਲਥ ਪਲਸ ਪ੍ਰੋਗਰਾਮ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਇੱਕ ਫਿਰ ਮਿਲਾਨ ਜਾ ਰਹੇ ਹਾਂ ਡਾਕਟਰ ਗੁਰਸਰਨ ਸਿੱਧੂ ਜੀ ਦੇ ਨਾਲ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਨੇ ਸਿੱਧੂ ਹਸਪੀਟਲ ਦੁਰਾਹਾ ਵਿਖੇ। ਦੱਸੋ, ਜਿਸ ਤਰੀਕੇ ਨਾਲ ਕਰੋਨਾ ਦੀ ਜਿਹੜਾ ਹੈਗਾ ਸੈਕੰਡ ਫੇਜ਼ ਬੜਾ ਵਿਗਰਸਲੀ ਔਰ ਬਹੁਤ ਹੀ ਮਾੜਾ ਤੌਰ ਦੇ ਉੱਤੇ ਆ ਰਿਹਾ ਹੈਗਾ ਔਰ ਸਾਰਾ ਪੰਜਾਬ 'ਚ ਹਲਚਲ, ਹਿੰਦੁਸਤਾਨ 'ਚ ਹਲਚਲ ਮੱਚੀ ਹੋਈ ਹੈ। ਤੁਸੀਂ ਸਿੱਧੂ ਹਸਪੀਟਲ ਦੁਰਾਹੇ ਦੇ ਵਿੱਚ ਬੈਠੇ ਹੋ ਔਰ ਪਿਛਲੇ ਪਹਿਲੇ ਫੇਜ਼ ਦੇ ਵਿੱਚ ਵੀ ਬਹੁਤ ਸਾਰੇ ਪੇਸ਼ੈਂਟਸ ਨੂੰ ਤੁਸੀਂ ਜੀਵਨ ਦਾਨ ਦੇ ਕੇ ਭੇਜਿਆ, ਕੀ ਕਹਿਣਾ ਚਾਹੋਗੇ? ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ। ਇਹ ਬਹੁਤ ਇੰਪੋਰਟੈਂਟ ਸਵਾਲ ਨੇ। ਅੱਜ ਆਪਾਂ ਇਹਨਾਂ ਦੇ ਸਵਾਲਾਂ ਦੇ ਕੁਝ ਜਵਾਬ ਦੇਵਾਂਗੇ ਔਰ ਬਹੁਤ ਸਾਰੇ ਲੋਕਾਂ ਨੂੰ ਹਲੇ ਸ਼ਾਇਦ ਵਹਿਮ ਹੀ ਹੈ ਔਰ ਉਹ ਇਹੀ ਕਹਿ ਦਿੰਦੇ ਨੇ ਕਿ ਜੀ ਕੋਰੋਨਾ ਤਾਂ ਹੈ ਨਹੀਂ, ਮੈਨੂੰ ਨਹੀਂ ਹੋਇਆ, ਉਹਨੂੰ ਨਹੀਂ ਹੋਇਆ। ਇਹ ਚੀਜ਼ਾਂ ਤੋਂ ਹੁਣ ਪਲੀਜ਼ ਉੱਪਰ ਆ ਜਾਓ। ਇਹ ਕਹਿੰਦੇ ਨਾ ਵੀ ਹੁਣ ਤਾਂ ਪਾਣੀ ਸਿਰ ਤੋਂ ਵੀ ਲੰਘ ਰਿਹਾ, ਅਸੀਂ ਉਸ ਸਟੇਜ ਦੇ ਵਿੱਚ ਹੈਗੇ ਹਾਂ। ਪਹਿਲੀ ਵੇਵ ਆਈ ਕਰੋਨਾ ਦੀ 2020, ਸਾਰਿਆਂ ਨੇ ਉਹਦਾ ਦੇਖਿਆ ਕਿ ਕਿੰਨਾ ਹਾਲ ਖਰਾਬ ਹੋਇਆ, ਕਿੰਨੀ ਮੋਰਟੈਲਿਟੀ ਹੋਈ। ਔਰ ਯੈਸ, ਨਾਓ ਵੀ ਆਰ ਇਨ ਦ ਸੈਕਿੰਡ ਵੇਵ ਆਫ ਦ ਕੋਵਿਡ। ਲਾਸਟ ਈਅਰ ਸਾਡਾ ਜਿਹੜਾ ਕੋਵਿਡ ਦਾ ਪੀਕ ਸੀਗਾ ਉਹ ਅਗਸਤ ਦੇ ਵਿੱਚ ਆਇਆ ਸੀਗਾ। ਅਗਸਤ ਦੇ ਵਿੱਚ ਜਿਹੜੀਆਂ ਫਿਗਰਸ ਨੇ ਉਹ ਕੀ ਕਹਿੰਦੀਆਂ ਸੀ ਇੰਡੀਆ ਦੇ ਵਿੱਚ ਕਿ ਇੱਕ ਦਿਨ ਦੇ ਵਿੱਚ ਮੈਕਸਿਮਮ ਕੇਸ ਜਿਹੜੇ ਹੋਏ ਸੀਗੇ ਦੇ ਵਰ ਲੈਸ ਦੈਨ 1 ਲੱਖ, 98,000 ਤੱਕ ਸੀ। ਔਰ ਮੈਂ ਤੁਹਾਨੂੰ ਫਿਗਰਸ ਤੋਂ ਵੀ ਜਾਣੂ ਕਰਾ ਦਿਆਂ ਕਿ ਅੱਜ ਦੀਆਂ ਹੁਣ ਅਸੀਂ ਵੇਵ ਚੋਂ ਲੰਘ ਰਹੇ ਹਾਂ। ਮਾਰਚ ਔਰ ਅਪ੍ਰੈਲ ਦੇ ਵਿੱਚ ਇਸ ਵੇਲੇ ਅਸੀਂ ਰਾਈਜ਼ਿੰਗ ਟ੍ਰੈਂਡ ਤੇ ਹਾਂ। ਅਸੀਂ ਜੋ ਕੁਝ ਹੋ ਰਿਹਾ ਹਰ ਰੋਜ਼ ਵੱਧ ਰਿਹਾ ਹੈਗਾ। ਔਰ ਕੱਲ ਪਰਸੋਂ ਦੀਆਂ ਫਿਗਰ ਸੀਗੀਆਂ 1,68,000 ਕੇਸ ਇੱਕ ਦਿਨ ਦੇ ਵਿੱਚ। ਸੋ ਅਸੀਂ 2020 ਵਾਲੀ ਵੇਵ ਨਾਲੋਂ 2021 ਦੇ ਵਿੱਚ ਸਾਡੀਆਂ ਫਿਗਰਸ ਹੋਰ ਜ਼ਿਆਦਾ ਨੇ। ਇੱਕ ਹੋ ਗਈ ਨੰਬਰਸ ਦੀ ਗੱਲ, ਫਿਗਰਸ ਦੀ ਗੱਲ ਹੋ ਗਈ। ਦੂਸਰੀ ਗੱਲ ਅਸੀਂ ਕਰਨੀ ਹੈ ਕਿ ਬਿਮਾਰੀ ਕਿੱਦਾਂ ਦੀ ਹੈ। ਇਹ ਬਿਮਾਰੀ ਪਹਿਲੇ ਨਾਲੋਂ ਮਾਈਲਡ ਹੈ ਕਿ ਮੋਡਰੇਟ ਹੈ ਕਿ ਸੀਵੀਅਰ ਹੈ। ਦੇਖੋ, ਇਹ ਬਿਮਾਰੀ ਵੀ ਉਹਦੇ ਨਾਲੋਂ ਫਰਕ ਜ਼ਰੂਰ ਹੈ ਔਰ ਬੜੀ ਰੈਪਿਡ ਹੈ। ਇਹ ਬਹੁਤ, ਪੇਸ਼ੈਂਟ ਨੂੰ ਪੁੱਛੋ, ਪੇਸ਼ੈਂਟਸ ਤਾਂ ਜਾਂ ਤਾਂ ਕੁਝ ਰਿਅਲਾਈਜ਼ ਹੀ ਨਹੀਂ ਕਰਦੇ ਜਾਂ ਤਾਂ ਉਹ ਕਹਿਣਗੇ ਜੀ ਹਾਲੇ ਤਾਂ ਪਰਸੋਂ ਤਾਂ ਠੀਕ ਠਾਕ ਸੀ ਜੀ, ਕੱਲ ਤਾਂ ਠੀਕ ਠਾਕ ਸੀਗਾ ਜੀ। ਥੋੜੀ ਸਿੰਪਟਮਸ ਨੂੰ ਰਿਅਲਾਈਜ਼ ਨਹੀਂ ਕਰਦੇ ਕਿ ਸਿੰਪਟਮਸ ਉਸੇ ਤਰ੍ਹਾਂ ਦੇ ਨੇ ਪਰ ਜ਼ਿਆਦਾ ਜਲਦੀ ਨਾਲ ਆਉਂਦੇ ਨੇ। ਕੁਝ ਦਿਨ ਬੁਖਾਰ ਹੋਇਆ, ਬੁਖਾਰ ਹਟ ਗਿਆ। ਆਮ ਤੌਰ ਤੇ ਪਿੰਡਾਂ 'ਚ ਕੀ ਰਿਵਾਜ ਹੈ, ਕਹਿੰਦਾ ਜੀ ਟਾਈਫਾਈਡ ਹੋਇਆ। ਕੋਈ ਬੁਖਾਰ ਅੱਜ ਦੀ ਡੇਟ ਦੇ ਵਿੱਚ ਟਾਈਫਾਈਡ ਨਹੀਂ ਹੈ। ਪੈਂਡੈਮਿਕ ਦਾ ਟਾਈਮ ਹੈ। ਬੁਖਾਰ ਦਾ ਪਹਿਲਾ ਰੀਜ਼ਨ ਕੋਵਿਡ ਹੀ ਸੋਚੋ, ਉਸੇ ਦਾ ਹੀ ਟੈਸਟ ਕਰਾਓ ਔਰ ਅਗਰ ਪ੍ਰੂਵ ਹੋ ਜਾਂਦਾ ਕੋਵਿਡ ਨਹੀਂ ਹੈ ਤਾਂ ਅਸੀਂ ਦੂਸਰੀ ਬਿਮਾਰੀ ਬਾਰੇ ਉਹ ਦੇਖਣਾ ਹੈ ਕਿ ਉਹਦਾ ਕੀ ਰੀਜ਼ਨ ਹੋ ਸਕਦਾ ਹੈ। ਕਿਉਂਕਿ ਇਹ ਪਹਿਲੀ ਚੀਜ਼ ਹੈ, ਇਹ ਪਹਿਲੀ ਚੀਜ਼, ਇਹਨੂੰ ਰੂਲ ਆਊਟ ਕਰਨਾ ਬੜਾ ਜ਼ਰੂਰੀ ਹੈ। ਔਰ ਕਈ ਵਾਰੀ ਲੋਕ ਟੈਸਟ ਵੀ ਕਰਾ ਲੈਂਦੇ ਨੇ। ਪਹਿਲੀ ਵਾਰੀ ਟੈਸਟ ਨੈਗੇਟਿਵ ਵੀ ਆ ਜਾਂਦਾ, ਦੂਸਰੀ ਵਾਰੀ ਵੀ ਟੈਸਟ ਵੀ ਨੈਗੇਟਿਵ ਆ ਜਾਂਦਾ, ਪਰ ਫਿਰ ਵੀ ਪੇਸ਼ੈਂਟ ਨੂੰ ਕੋਵਿਡ ਹੀ ਹੁੰਦਾ ਹੈ। ਪੇਸ਼ੈਂਟ ਨੂੰ ਬੁਖਾਰ ਆਉਂਦਾ ਹੈ, ਬੁਖਾਰ ਤੋਂ ਬਾਅਦ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ, ਉਹਨੂੰ ਥੋੜਾ ਸਾਹ ਚੜ੍ਹਨ ਲੱਗ ਜਾਂਦਾ ਹੈ, ਉਹਦੀ ਆਕਸੀਜਨ ਘਟਣ ਲੱਗ ਜਾਂਦੀ ਹੈ, ਭੁੱਖ ਘਟ ਜਾਂਦੀ ਹੈ। ਉਹ ਕਹਿਣਗੇ ਜੀ ਬਜ਼ੁਰਗਾਂ ਦੀ ਲੱਤਾਂ ਤੇ ਵਜਨ ਨਹੀਂ ਆਉਂਦਾ। ਇਹ ਬੜੀ ਵੱਡੀ ਨਿਸ਼ਾਨੀ ਹੈ, ਇਹਨੂੰ ਯਾਦ ਰੱਖਿਓ, ਇਹਨੂੰ ਸਿੱਖ ਲਿਓ। ਜਦੋਂ ਤੁਹਾਨੂੰ ਲੱਗੇ ਕਿ ਲੱਤਾਂ 'ਤੇ ਵਜਨ ਨਹੀਂ ਆ ਰਿਹਾ, ਇਹਦਾ ਮਤਲਬ ਆਕਸੀਜਨ ਘਟ ਗਈ ਹੈ, ਇਹਦਾ ਮਤਲਬ ਪੇਸ਼ੈਂਟ ਸੀਰੀਅਸ ਹੋ ਰਿਹਾ। ਉਹ ਮਾੜੀ ਜੀ ਗੱਲ ਨਹੀਂ ਹੈ, ਉਹ ਇੱਕ ਗ੍ਰੇਵ ਸਾਈਨ ਹੈ। ਸੋ ਇੱਕ ਗੱਲ ਤਾਂ ਇਹ ਹੋਈ ਕਿ ਸਾਡਾ ਨੰਬਰ ਵੱਧ ਗਿਆ ਅੱਗੇ ਨਾਲੋਂ। ਦੂਸਰੀ ਜਿਹੜੀ ਬਿਮਾਰੀ ਹੈ ਬੜੀ ਜਲਦੀ ਆ ਰਹੀ ਹੈ। ਜੋ ਬਿਮਾਰੀ ਦੇ ਸਿੰਪਟਮਸ ਹਫਤੇ 15 ਦਿਨ ਬਾਅਦ ਆਣੇ ਸੀਗੇ, ਪੇਸ਼ੈਂਟ ਹਫਤਿਆਂ ਦੇ ਅੰਦਰ ਹੀ ਸੀਰੀਅਸ ਹੋ ਰਹੇ ਨੇ। ਤੀਸਰੀ ਚੀਜ਼ ਇਹ ਕਿ ਬਚਾਓ ਕਿਵੇਂ ਹੈਗਾ, ਉਹ ਤਾਂ ਹੁਣ ਆਪਾਂ ਸਾਰਿਆਂ ਨੇ ਦੇਖ ਲਿਆ ਕਿ ਹੁਣ
ਲੋਕ ਮਾਸਕ ਵੀ ਉਤਾਰ ਰਹੇ ਨੇ। ਲੋਕਾਂ ਨੇ ਉਸੇ ਤਰ੍ਹਾਂ ਹੀ ਜਿਵੇਂ ਨਾਰਮਲ ਲਾਈਫ ਚੱਲ ਰਿਹਾ ਹੁੰਦਾ ਉਸੇ ਤਰ੍ਹਾਂ ਹੀ ਸੋਚਦੇ ਨੇ ਕਿ ਅਸੀਂ ਭੋਗਾਂ ਤੇ ਵੀ ਜਾਣਾ, ਅਸੀਂ ਗੁਰਦੁਆਰਿਆਂ 'ਚ ਵੀ ਜਾਣਾ, ਅਸੀਂ ਮੰਦਿਰਾਂ 'ਚ ਵੀ ਜਾਣਾ, ਅਸੀਂ ਬਾਜ਼ਾਰਾਂ 'ਚ ਵੀ ਘੁੰਮਣਾ, ਅਸੀਂ ਜਿਮ 'ਚ ਵੀ ਜਾਣਾ। ਰੱਬ ਦੇ ਵਾਸਤੇ ਆਪਣੀ ਜ਼ਿੰਮੇਵਾਰੀ ਨੂੰ ਸਮਝੋ। ਇਹ ਜ਼ਰੂਰੀ ਨਹੀਂ ਕਿ ਪੁਲਿਸ ਹੀ ਡੰਡੇ ਮਾਰੇ ਤਾਂ ਹੀ ਅਸੀਂ ਅੰਦਰ ਵੜਾਂਗੇ। ਤੁਹਾਡੀਆਂ ਜਾਨਾਂ ਬਹੁਤ ਕੀਮਤੀ ਨੇ, ਤੁਹਾਡੇ ਬਜ਼ੁਰਗਾਂ ਦੀਆਂ ਜਾਨਾਂ ਬਹੁਤ ਕੀਮਤੀ ਨੇ। ਇਹ ਜਿਹੜਾ ਹਥਿਆਰ ਹੈ ਨਾ ਅੱਜ ਦੀ ਡੇਟ ਦੇ ਵਿੱਚ, ਇਹ ਮਾਸਕ ਇਹ ਹਥਿਆਰ ਹੈ ਇਸ ਬਿਮਾਰੀ ਨਾਲ ਲੜਨ ਲਈ। ਇਸ ਨੂੰ ਬਿਲਕੁਲ ਨਹੀਂ ਉਤਾਰਨਾ। ਘਰ ਦੇ ਵਿੱਚ ਵੀ ਤੁਸੀਂ ਰਹਿੰਦੇ ਹੋ ਤਾਂ ਵੀ ਕੋਸ਼ਿਸ਼ ਕਰੋ ਕਿ ਜ਼ਿਆਦਾ ਤੋਂ ਜ਼ਿਆਦਾ, ਕਿਉਂਕਿ ਕਿਸੇ ਵੀ ਇੱਕ ਬੰਦੇ ਨੂੰ ਹੋ ਸਕਦਾ, ਜੇ ਤੁਸੀਂ ਅਵੋਇਡ ਕਰੋਗੇ ਇਹ ਬਿਲਕੁਲ ਅਵੋਇਡ ਹੋ ਸਕਦੀ ਹੈ। ਔਰ ਹੱਥ ਧੋਣੇ ਬਾਰ-ਬਾਰ ਸਾਨੂੰ ਜਨਮਾਂ ਤੋਂ ਸਿਖਾਇਆ, ਕੋਈ ਨਵੀਂ ਚੀਜ਼ ਨਹੀਂ ਹੈ। ਔਰ ਡਿਸਟੈਂਸ ਰੱਖਣਾ, ਜੱਫੀਆਂ ਪਾਣੀਆਂ, ਨੇੜੇ ਆਉਣਾ, ਇੱਕ ਦੂਜੇ ਦੇ ਉੱਪਰ ਚੜ੍ਹਨਾ ਗੱਲ ਕਰਨ ਲਈ, ਇਹ ਸਭ ਆਦਤਾਂ ਤੋਂ ਦੂਰ ਹੋ ਜਾਓ। ਅਨਅਵੋਇਡੇਬਲ ਜਿਹੜੀ ਟਰੈਵਲ ਹੈ ਕਿ ਜੀ ਅਸੀਂ ਅਨੰਦਪੁਰ ਸਾਹਿਬ ਜਾ ਰਹੇ ਹਾਂ, ਅਸੀਂ ਉੱਥੇ ਜਾ ਰਹੇ ਹਾਂ, ਅਸੀਂ ਸ਼ਿਮਲੇ ਗਏ ਸੀ, ਅਨਨੈਸੈਸਰੀ ਟਰੈਵਲ ਨੂੰ ਅਵੋਇਡ ਕਰੋ। ਇਹ ਬਹੁਤ ਹਾਲਾਤ ਖਰਾਬ ਨੇ। ਔਰ ਤੀਸਰੀ ਚੀਜ਼ ਮੋਰਟੈਲਿਟੀ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਸਭ ਤੋਂ ਜ਼ਿਆਦਾ ਡਰ ਤਾਂ ਮੌਤ ਦਾ ਹੀ ਹੁੰਦਾ ਨਾ ਜੀ। ਬਿਮਾਰੀ ਤਾਂ ਬੰਦਾ ਕਹਿੰਦਾ ਚਲੋ ਕੋਈ ਗੱਲ ਨਹੀਂ, ਜ਼ੁਕਾਮ ਵਰਗੀ ਆਈ ਆ ਕੇ ਚਲੀ ਗਈ ਤਾਂ ਕੋਈ ਫਿਕਰ ਵਾਲੀ ਗੱਲ ਨਹੀਂ। ਸਾਨੂੰ ਡਰ ਹੈਗਾ ਮੌਤ ਦਾ, ਬਿਕੋਜ਼ ਇਨਸਾਨੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ, ਇਹ ਅਣਮੁੱਲੀ ਚੀਜ਼ ਹੈ। ਮੌਤ ਕਿਉਂ ਜ਼ਿਆਦਾ ਹੋ ਰਹੀ ਹੈ ਇਸ ਵਾਰੀ? ਕਿਉਂਕਿ ਪੇਸ਼ੈਂਟ ਘਰੇ ਹੀ ਬੈਠੇ ਨੇ। ਉਹ ਜੀ ਡਰਦੇ ਸੀ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਆ ਗਏ, ਤੁਹਾਨੂੰ ਪਤਾ ਸੀਗਾ ਇਹ ਢਿੱਲੇ ਹੋ ਰਹੇ ਨੇ, ਤੁਸੀਂ ਪਹਿਲਾਂ ਕਿਉਂ ਨਹੀਂ ਲੈ ਕੇ ਆਏ ਜੀ। ਇਹ ਡਰਦੇ ਸੀ, ਕਹਿੰਦੇ ਸੀ ਐਵੇਂ ਕਰੋਨਾ ਦੇ ਵਹਿਮ 'ਚ ਨਾ ਪਾ ਦੇਣ। ਰੱਬ ਦੇ ਵਾਸਤੇ ਇਹੋ ਜਿਹੀਆਂ ਗੱਲਾਂ ਨਾ ਕਰੋ। ਜੋ ਚੀਜ਼ ਹੈ ਉਹਨੂੰ ਉਹ ਜਿਹੜੀ ਚੀਜ਼ ਹੈ ਉਹ ਹੈ, ਉਹਨੂੰ ਵਹਿਮ 'ਚ ਜੇ ਤੁਸੀਂ ਠੀਕ ਹੋਵੋਗੇ, ਤੁਹਾਨੂੰ ਕੋਈ ਦਿੱਕਤ ਹੈ, ਤੁਸੀਂ ਡਾਕਟਰ ਕੋਲੇ ਕੰਸਲਟ ਕਰੋ, ਤੁਸੀਂ ਟੈਸਟ ਕਰਾਓ। ਜੇ ਡਾਕਟਰ ਨੂੰ ਲੱਗ ਰਿਹਾ ਕਿ ਤੁਹਾਡਾ ਸਾਹ ਠੀਕ ਹੈ, ਤੁਹਾਡੇ ਸਿੰਪਟਮਸ ਘੱਟ ਨੇ, ਏਸਿਮਟੋਮੈਟਿਕ ਹੋ ਜਾਂ ਮਾਈਲਡ ਹੋ, ਤਾਂ ਅਸੀਂ ਉਹ ਪੇਸ਼ੈਂਟਸ ਨੂੰ ਹੋਮ ਵਾਸਤੇ ਹੀ ਸਲਾਹ ਦੇ ਦਿੰਦੇ ਹਾਂ, ਜਿਹਨੂੰ ਅਸੀਂ ਹੋਮ ਕੁਆਰੰਟਾਈਨ ਕਹਿੰਦੇ ਹਾਂ ਕਿ ਜੀ ਤੁਸੀਂ ਦਵਾਈ ਲਓ, ਮੇਰੇ ਨਾਲ ਫੋਨ ਤੇ ਗੱਲ ਕਰ ਲਿਓ ਤੇ ਦਵਾਈ ਖਾਈ ਜਾਓ ਤੇ ਤੁਸੀਂ 15 ਦਿਨ ਬਾਅਦ ਆ ਕੇ ਫਿਰ ਦਿਖਾਓ। ਤਾਂ ਬਹੁਤ ਸਾਰੇ ਪੇਸ਼ੈਂਟਸ ਜਿਹੜੇ ਨੇ ਪ੍ਰੋਪਰ ਦਵਾਈ ਦੇ ਨਾਲ, ਇਨ ਟੱਚ ਰਹਿਣ ਦੇ ਨਾਲ, ਠੀਕ ਖੁਰਾਕ ਦੇ ਨਾਲ ਘਰੇ ਹੀ ਠੀਕ ਹੋ ਜਾਂਦੇ ਨੇ। ਪਰ ਇਹ ਬਹੁਤ ਹੀ ਇੱਕ ਬਾਰਡਰ ਲਾਈਨ ਦੀ ਚੀਜ਼ ਹੈ ਕਿ ਜੇ ਪੇਸ਼ੈਂਟ ਘਰੇ ਹੀ ਬੈਠਾ ਰਹਿ ਗਿਆ ਔਰ ਉੱਠ ਕੇ ਨਾ ਦੇਖਿਆ ਔਰ ਸਿੰਪਟਮਸ ਜ਼ਿਆਦਾ ਹੋ ਗਏ। ਹੁਣ ਕੀ ਹੋ ਰਿਹਾ ਕਿ ਸਾਡੇ ਕੋਲ ਪੇਸ਼ੈਂਟ ਉਦੋਂ ਆ ਰਹੇ ਨੇ ਜਦੋਂ ਪੁੱਛਦੇ ਨੇ ਜੀ ਤੁਹਾਡੇ ਕੋਲ ਵੈਂਟੀਲੇਟਰ ਦਾ ਬੈੱਡ ਖਾਲੀ ਹੈਗਾ ਜੀ। ਸਾਨੂੰ ਵੀ ਚੈੱਕ ਕਰਨਾ ਪੈਂਦਾ ਹੈ ਕਿ ਅੱਜ ਕੋਈ ਪੇਸ਼ੈਂਟ ਡਿਸਚਾਰਜ ਹੋਇਆ ਕਿ ਨਹੀਂ ਹੋਇਆ, ਸਾਡੇ ਕੋਲ ਬੈੱਡ ਖਾਲੀ ਹੈਗਾ ਕਿ ਨਹੀਂ ਹੈਗਾ। ਮਤਲਬ ਉਹ ਸਟੇਜ ਦੇ ਵਿੱਚ ਆ ਕੇ ਨਾ ਉਹ ਬਹੁਤ ਔਖਾ। ਉਦੋਂ ਪੇਸ਼ੈਂਟ ਨੂੰ ਆਪਾਂ ਕਹੀਏ ਵੀ ਨਿਕਲ ਜਾਓਗੇ, ਉਹ ਤਾਂ ਡੁੱਬਣ ਵਾਲਾ ਹਿਸਾਬ ਹੈ ਕਿ ਹੁਣ ਗਿਆ ਕਿ ਹੁਣ ਗਿਆ, ਨਿਕਲ ਆਇਆ ਤਾਂ ਨਿਕਲ ਆਇਆ। ਉਹ ਸਟੇਜ ਦੇ ਵਿੱਚ ਤਾਂ ਬਹੁਤ ਹੀ ਬੁਰੀ ਸਟੇਜ ਹੈ, ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿੰਨਾ ਅਸੀਂ ਬੁਰਾ ਫੀਲ ਕਰਦੇ ਹਾਂ ਉਹ ਸਟੇਜ ਦੇ ਵਿੱਚ ਜਦੋਂ ਪੇਸ਼ੈਂਟ ਆਉਂਦਾ ਹੈ। ਜਿੰਨੀ ਸਾਡੀ ਜੱਦੋ ਜਹਿਦ ਹੁੰਦੀ ਹੈ ਔਰ ਉਹ ਚੀਜ਼ ਨੂੰ ਬਰਦਾਸ਼ਤ ਕਰਨਾ ਬਹੁਤ ਮੁਸ਼ਕਿਲ ਹੈ। ਸੋ ਉਹ ਸਟੇਜ ਤੇ ਨਾ ਆਉਣ ਦਿਓ। ਸਾਨੂੰ ਬਾਰ-ਬਾਰ ਫੋਨ ਇਹੀ ਆਉਂਦੇ ਜੀ ਤੁਹਾਡਾ ਵੈਂਟੀਲੇਟਰ ਵਾਲਾ ਬੈੱਡ ਖਾਲੀ ਹੈ, ਵੈਂਟੀਲੇਟਰ ਹੈ, ਅਵੇਲੇਬਲ ਹੈ। ਬੜਾ ਬੁਰਾ ਲੱਗਦਾ ਸਾਨੂੰ ਦੱਸਣਾ ਕਿ ਬਈ ਸਾਡੇ ਕੋਲ ਵੈਂਟੀਲੇਟਰ ਵਾਲਾ ਬੈੱਡ ਫਿਲਹਾਲ ਹੈ ਜਾਂ ਨਹੀਂ ਹੈ ਜਾਂ ਖਾਲੀ ਨਹੀਂ ਹੈ। ਇਟਸ ਵੈਰੀ ਵੈਰੀ ਬੈਡ ਸਿਨੈਰੀਓ। ਉਸ ਚੀਜ਼ ਤੇ ਜਦੋਂ ਤੁਹਾਨੂੰ ਲੱਗਦਾ ਹੈ, ਜਿਹੜਾ ਪੇਸ਼ੈਂਟ ਹੋਮ 'ਚ ਹੈ ਉਹ ਆਪਣੀ ਆਕਸੀਜਨ ਸੈਚੂਰੇਸ਼ਨ ਚੈੱਕ ਕਰੇ। ਔਰ ਜਿਹਨੂੰ ਵੀ ਲੱਗਦਾ ਹੈ 90 ਤੋਂ ਘੱਟ ਹੈ, 92 ਤੋਂ ਘੱਟ ਹੈ, 93 ਤੋਂ ਘੱਟ ਹੈ, ਉਹ ਇਮੀਡੀਏਟਲੀ ਆ ਜਾਵੇ ਹਸਪੀਟਲ। ਉਹ ਆਪਣੇ ਟੈਸਟ ਕਰਾਉਣ, ਐਕਸ-ਰੇ ਕਰਾਉਣ, ਸੀਟੀ ਸਕੈਨ ਦੀ ਲੋੜ ਹੈ, ਡਾਕਟਰ ਐਡਵਾਈਸ ਕਰਦੇ ਨੇ ਤਾਂ ਉਹ ਕਰਾਉਣ। ਉਹਦੇ 'ਚੋਂ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਪੇਸ਼ੈਂਟ ਨੂੰ ਇਹਦੀ ਬਿਮਾਰੀ ਕਿੰਨੀ ਸਪੀਡ ਨਾਲ ਵੱਧ ਰਹੀ ਹੈ। ਇਹਨੂੰ ਕੋਈ ਵਹਿਮ ਨਾ ਸਮਝੋ, ਕੋਈ ਵਹਿਮ ਕਰਨ ਦੀ ਜਾਂ ਟੈਨਸ਼ਨ ਕਰਨ ਦੀ ਲੋੜ ਨਹੀਂ ਹੈਗੀ। ਗੱਲ ਇਹ ਹੈ ਕਿ ਇਹਨੂੰ ਪ੍ਰੋਬਲਮ ਤੋਂ ਆਪਾਂ ਬਚੇ ਰਹੀਏ। ਬਚਾਵ 'ਚ ਹੀ ਬਚਾਵ ਹੈ, ਪਹਿਲਾਂ ਇਹਨੂੰ ਹੋਣ ਨਾ ਦਿਓ। ਜੇ ਬਾਈ ਚਾਂਸ ਹੋ ਵੀ ਜਾਂਦੀ ਹੈ ਤਾਂ ਇਹ ਆਪਾਂ ਇਹਨੂੰ ਟਰੀਟ ਕਰ ਸਕਦੇ ਹਾਂ, ਪਰ ਆਪਾਂ ਉਹ ਸਟੇਜ 'ਚ ਨਾ ਜਾਣ ਦਈਏ ਕਿ ਪੇਸ਼ੈਂਟ ਨੂੰ ਵੈਂਟੀਲੇਟਰ ਦੀ ਲੋੜ ਪਵੇ। ਆਪਾਂ ਉਹਨੂੰ ਪਹਿਲਾਂ ਹੀ
ਜੇ ਅਸੀਂ ਪੇਸ਼ੈਂਟ ਨੂੰ ਮੰਨ ਲਿਆ, ਅਸੀਂ ਪੇਸ਼ੈਂਟ ਨੂੰ, ਮੈਂ ਪੇਸ਼ੈਂਟ ਦੇਖਿਆ, ਮੈਨੂੰ ਲੱਗਿਆ ਇਹ ਘਰੇ ਠੀਕ ਹੋ ਜਾਊਗਾ, ਮੈਂ ਉਹਨੂੰ ਘਰੇ ਭੇਜਦਾ। ਘਰ ਵੀ ਅਸੀਂ ਕੀ ਐਡਵਾਈਸ ਦਿੰਦੇ ਹਾਂ ਕਿ ਆਪਣੀ ਆਕਸੀਜਨ ਚੈੱਕ ਕਰੋ, ਤੁਰੋ ਫਿਰੋ, ਤੁਰ ਫਿਰ ਕੇ ਦੇਖੋ ਕਿ ਤੁਹਾਨੂੰ ਸਾਹ ਤਾਂ ਨਹੀਂ ਚੜ੍ਹ ਰਿਹਾ। ਤੁਸੀਂ ਕਾਊਂਟ ਕਰੋ ਫਟਾਫਟ 1 ਤੋਂ 30 ਤੱਕ, ਤੁਹਾਨੂੰ ਕੋਈ ਸਾਹ ਮਹਿਸੂਸ ਤਾਂ ਨਹੀਂ ਹੋਇਆ ਕਿ ਤੁਹਾਨੂੰ ਕੋਈ ਸਾਹ ਚੜ੍ਹ ਰਿਹਾ। ਤੁਹਾਡਾ ਬੁਖਾਰ ਬਹੁਤ ਜ਼ਿਆਦਾ ਹੈ ਜਾਂ ਇਹ ਜਿਹੇ ਸਿੰਪਟਮਸ ਨੇ ਜਿਹੜੇ ਬਰਦਾਸ਼ਤ ਨਹੀਂ ਹੋ ਰਹੇ, ਉਹ ਸਿੰਪਟਮਸ ਵਾਸਤੇ ਤੁਸੀਂ ਫਿਰ ਆ ਕੇ ਹਸਪੀਟਲ ਕੰਸਲਟ ਕਰ ਸਕਦੇ ਹੋ। ਪਰ ਪਹਿਲਾਂ ਹੀ ਸਿੱਧੇ ਹੀ ਘਰੇ ਨਾ ਬੈਠੋ, ਸਿੱਧੇ ਹੀ ਇਹ ਨਾ ਕਹੋ ਜੀ ਅਸੀਂ ਤਾਂ ਡਰਦੇ ਸੀ। ਡਰਨ ਵਾਲੀ ਗੱਲ ਨਹੀਂ ਹੈ, ਇਹ ਗੱਲ ਫੇਸ ਕਰਨ ਦੀ ਹੈ ਔਰ ਇਹਨੂੰ ਫੇਸ ਕਰਨਾ ਹੈ। ਸਭ ਤੋਂ ਪਹਿਲਾਂ ਜਿਹੜੀਆਂ ਅਸੀਂ 3-4 ਚੀਜ਼ਾਂ ਸਿੱਖੀਆਂ ਨੇ ਪਿਛਲੇ ਸਾਲ ਤੋਂ, ਪਰ ਅਸੀਂ ਸਿਆਣੇ ਨਹੀਂ ਹੋਏ। ਅਸੀਂ ਸਭ ਨੇ ਸਫ਼ਰ ਵੀ ਕੀਤਾ, ਅਸੀਂ ਸਭ ਨੇ ਬੁਰੇ ਟਾਈਮ 'ਚੋਂ ਵੀ ਲੰਘਿਆ ਸੀ, ਬਸ ਅਸੀਂ ਉਹ ਬੁਰੇ ਟਾਈਮ ਤੋਂ ਅਸੀਂ ਕੋਈ ਸਲਾਹ, ਕੋਈ ਗੱਲ ਪੱਲੇ ਪਾਈ ਨਹੀਂ। ਅਸੀਂ ਹੁਣ ਵੀ ਉਵੇਂ ਇਕੱਠੇ ਹੋਈ ਜਾਂਦੇ ਹਾਂ, ਕਿਸੇ ਦਾ ਕੋਈ ਜਸ਼ਨ ਹੈ ਹੁਣ ਵੀ ਉਵੇਂ ਇਕੱਠੇ ਹੁੰਦੇ ਹਾਂ, ਬਾਜ਼ਾਰਾਂ ਦੇ ਵਿੱਚ ਵੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ। ਚੀਜ਼ਾਂ ਤਾਂ ਸਾਰੀਆਂ ਖੁੱਲ੍ਹ ਗਈਆਂ, ਪਰ ਹੁਣ ਕੀ ਹੈ ਕਿ ਜਿਵੇਂ ਕਹਿੰਦੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਹੁਣ ਤੁਸੀਂ ਆਪਣੀ ਬਚਤ ਦੇ ਆਪ ਜ਼ਿੰਮੇਵਾਰ ਹੋ। ਇਹ ਚੀਜ਼ਾਂ ਸਿਖਾਤੀਆਂ, 1 ਸਾਲ ਸਿਖਾਤੀਆਂ। ਮਾਸਕ ਰੱਖੋ, ਹੈਂਡ ਵਾਸ਼ ਕਰੋ, ਸੋਸ਼ਲ ਡਿਸਟੈਂਸਿੰਗ ਰੱਖੋ, ਦੂਰੀ ਬਣਾਏ ਰੱਖੋ, ਇੱਕ ਦੂਸਰੇ ਤੋਂ ਦੂਰ ਰਹੋ। ਜਿਹੜਾ ਬੰਦਾ ਸਿੱਖ ਹੈ ਉਹਨੂੰ ਸਾਈਡ 'ਤੇ, ਤਾਂ ਕਿ ਉਹ ਬਿਮਾਰੀ ਨਾ ਫੈਲਾ ਸਕੇ। ਉਹ ਬੰਦਾ ਜਿਹੜਾ ਕੋਈ ਬਿਮਾਰ ਹੁੰਦਾ ਕੋਈ ਦੱਸਣਾ ਨਹੀਂ ਚਾਹੁੰਦਾ, ਇਹ 'ਚ ਸ਼ਰਮ ਨਾ ਮਹਿਸੂਸ ਕਰੋ। ਕਿਸੇ ਦਾ ਕੋਈ ਕਸੂਰ ਨਹੀਂ ਹੈ, ਇਹ ਕੋਈ ਤੁਸੀਂ ਕਸੂਰ ਨਹੀਂ ਕਰ ਲਿਆ, ਜਾਂ ਇਹ ਕੋਈ ਤੁਹਾਡੀ ਬੁਰਾਈ ਨਹੀਂ ਹੋਗੀ ਜੇ ਤੁਸੀਂ ਕੋਈ ਪੋਜ਼ਿਟਿਵ ਆ ਗਿਆ ਹੈਗਾ ਬੰਦਾ। ਇਹ ਸਿਰਫ ਇੱਕ ਬਿਮਾਰੀ ਹੈ ਜਿਹੜੀ ਨੱਕ ਤੋਂ ਵਾਇਰਸ ਦੂਜੇ ਤੋਂ ਚਲੀ ਜਾਣੀ ਹੈ। ਜੇ ਕਿਸੇ ਨੂੰ ਬਿਮਾਰੀ ਹੁੰਦੀ ਹੈ, ਉਹ ਤਾਂ ਯੰਗ ਬੱਚਾ, ਉਹਨੂੰ ਕੁਝ ਹੋਣਾ ਹੀ ਨਹੀਂ, ਉਹਨੂੰ ਫਿਕਰ ਕਰਨ ਦੀ ਲੋੜ ਨਹੀਂ। ਉਹਨੂੰ ਸਿਰਫ ਆਪਣਾ, ਉਹਨੇ ਇਹਤਿਆਤ ਵਰਤਣਾ ਹੈ, ਦਵਾਈ ਖਾਣੀ, ਉਹਨੇ ਕੁਝ ਤੇ ਆਪਣੇ ਆਪ ਨੂੰ ਆਈਸੋਲੇਟਿਡ ਰੱਖਣਾ। ਉਹਦੀ ਜ਼ਿੰਮੇਵਾਰੀ, ਸੋਸ਼ਲ ਰਿਸਪੌਂਸਿਬਿਲਿਟੀ ਇਹ ਵੀ ਹੈ ਕਿ ਇਹ ਬਿਮਾਰੀ ਅੱਗੇ ਤੋਂ ਉਹ ਆਪਣੇ ਪਰਿਵਾਰ ਦੇ ਵਿੱਚ, ਆਪਣੇ ਦਾਦੀ ਦਾਦੇ, ਨਾਨੇ ਨਾਨੀ, ਬਜ਼ੁਰਗਾਂ ਵਿੱਚ ਔਰ ਆਪਣੇ ਦੋਸਤਾਂ ਵਿੱਚ, ਫਰੈਂਡਸ ਦੇ ਵਿੱਚ ਨਾ ਫੈਲਾਵੇ। ਕਈ ਵਾਰੀ ਉਹ ਇਸੇ ਤਰ੍ਹਾਂ, ਜਿਸ ਤਰ੍ਹਾਂ ਹੁਣ ਕਈ ਵਾਰੀ ਅਸੀਂ ਦੇਖਿਆ ਕਿ ਜੇ ਕਿਸੇ ਡਿਗਨਿਟਰੀ ਨੂੰ ਹੋਈ, ਉਹਨਾਂ ਨੇ ਡਿਕਲੇਅਰ ਕੀਤਾ ਕਿ ਮੇਰਾ ਟੈਸਟ ਪੋਜ਼ਿਟਿਵ ਆਇਆ, ਤਾਂ ਇਸ ਵਾਸਤੇ ਜਿਹੜੇ ਕੋਈ ਮੇਰੇ ਕਨੈਕਟ 'ਚ ਆਏ ਨੇ, ਤੁਸੀਂ ਵੀ ਟੈਸਟ ਕਰਾਓ। ਇਹ ਬੜਾ ਜ਼ਰੂਰੀ ਹੈ। ਜੇ ਕੋਈ ਪੋਜ਼ਿਟਿਵ ਆਉਂਦਾ ਹੈ, ਸਭ ਨੂੰ ਦੱਸੋ ਕਿ ਬਈ ਮੇਰਾ ਪੋਜ਼ਿਟਿਵ ਹੈ, ਤੁਸੀਂ ਮੇਰੇ ਕੰਟੈਕਟ 'ਚ ਆਏ ਸੀ, ਤੁਸੀਂ ਵੀ ਟੈਸਟ ਕਰਾ ਲਓ। ਇਟਸ ਵੈਰੀ ਸਿੰਪਲ। ਇਹਦੇ 'ਚ ਸੰਗਣ ਦੀ ਲੋੜ ਨਹੀਂ, ਫੀਲ ਕਰਨ ਦੀ ਲੋੜ ਨਹੀਂ ਹੈ। ਤੁਸੀਂ ਵੀ ਠੀਕ ਹੋ ਜਾਓਗੇ। ਤੁਸੀਂ ਟਾਈਮ ਸਿਰ ਜਿਹਨੂੰ ਦੱਸੋਗੇ ਕਿ ਮੇਰੇ ਕੰਟੈਕਟ ਦੇ ਵਿੱਚ ਤੁਸੀਂ ਆਏ ਸੀ, ਉਹ ਵੀ ਟੈਸਟ ਕਰਾ ਲੂਗਾ, ਉਹ ਵੀ ਠੀਕ ਹੋ ਜਾਊਗਾ। ਥਰਡ ਵੈਰੀ ਇੰਪੋਰਟੈਂਟ ਥਿੰਗ ਵਿਚ ਆਈ ਵਾਂਟ ਟੂ ਸੇ ਇਜ਼ ਰਿਗਾਰਡਿੰਗ ਵੈਕਸੀਨੇਸ਼ਨ। ਜਿਹੜੀ ਵੈਕਸੀਨੇਸ਼ਨ ਹੈ, ਦੇਖੋ ਅਸੀਂ 1 ਸਾਲ ਦੀ ਇਹਦੀ ਵੇਟ ਕਰ ਰਹੇ ਸੀ, ਕਦੋਂ ਵੈਕਸੀਨ ਆਊਗੀ, ਕਦੋਂ ਵੈਕਸੀਨ ਆਊਗੀ। ਪਰ ਹੋਇਆ ਕੀ ਹੈ ਕਿ ਵੈਕਸੀਨ ਤਾਂ ਆ ਗਈ, ਪਰ ਲੋਕਾਂ ਦੇ ਦਿਮਾਗ ਦੇ ਵਿੱਚ ਵੈਕਸੀਨ ਦਾ ਡਰ ਵੜ ਗਿਆ। ਤੇ ਇਹ ਜਿਹੜੀ ਚੀਜ਼ ਹੈ, ਵੈਕਸੀਨ ਦੇ ਡਰ ਨੂੰ ਆਪਣੇ ਦਿਮਾਗ ਤੋਂ ਕੱਢ ਦਿਓ। ਬਹੁਤ ਵਾਰੀ WhatsApp ਤੇ ਬੜੇ ਹੀ ਊਟ ਪਟਾਂਗ ਦੇ ਮੈਸੇजेस ਹੁੰਦੇ ਨੇ, ਉਹਨਾਂ ਨੂੰ ਬਿਲਕੁਲ ਇਗਨੋਰ ਕਰ ਦਿਆ ਕਰੋ। ਅੱਗੇ ਫੈਲਾਉਣ ਦੀ ਲੋੜ ਨਹੀਂ ਹੈਗੀ। ਤੁਹਾਨੂੰ ਕੋਈ ਪ੍ਰੋਬਲਮ ਹੈ, ਤੁਸੀਂ ਪਰਸਨਲੀ ਡਾਕਟਰ ਤੋਂ ਸਲਾਹ ਲੈ ਸਕਦੇ ਹੋ। ਕਿਸੇ ਨੂੰ ਵੀ ਗਠੀਏ ਦੀ ਬਿਮਾਰੀ ਹੈ, ਕਿਸੇ ਨੂੰ ਹਾਰਟ ਦੀ ਬਿਮਾਰੀ ਹੈ, ਕਿਸੇ ਨੂੰ ਸਾਹ ਦੀ ਬਿਮਾਰੀ ਹੈ, ਕੋਈ ਬਲੱਡ ਪ੍ਰੈਸ਼ਰ ਦਾ ਪੇਸ਼ੈਂਟ ਹੈ, ਕੋਈ ਸ਼ੂਗਰ ਦਾ ਪੇਸ਼ੈਂਟ ਹੈ, ਉਹਨਾਂ ਸਭ ਨੇ ਵੈਕਸੀਨੇਸ਼ਨ ਲਵਾਉਣੀ ਹੈ। ਹੁਣ ਦਾ ਪੋਰਟਲ ਸਿਸਟਮ ਜਿਹੜਾ ਹੈ ਵੈਕਸੀਨੇਸ਼ਨ ਕਰਨ ਵਾਲਾ, ਉਹ 45 ਸਾਲ ਤੋਂ ਉੱਪਰ ਤੱਕ ਹੀ ਵੈਕਸੀਨੇਸ਼ਨ ਕਰਨ ਦੀ ਇਜਾਜ਼ਤ ਹੈ। ਮੇਰੀ ਤਾਂ ਸੈਂਟਰ ਸਰਕਾਰ ਨੂੰ ਵੀ ਗੁਜ਼ਾਰਿਸ਼ ਹੈ ਤੁਹਾਡੇ ਮਾਧਿਅਮ ਦੇ ਨਾਲ ਕਿ ਬਈ ਹੁਣ ਤਾਂ ਸਾਰਿਆਂ ਨੂੰ ਵੈਕਸੀਨੇਸ਼ਨ ਦੀ ਲੋੜ ਹੈ। USA ਦੇ ਵਿੱਚ 16 ਸਾਲ ਤੋਂ ਉੱਪਰ ਅੱਜ ਦੀ ਡੇਟ ਦੇ ਵਿੱਚ ਸਭ ਨੂੰ ਵੈਕਸੀਨੇਸ਼ਨ ਲੱਗ ਰਹੀ ਹੈ। ਔਰ ਸਾਡਾ ਹਾਲ ਕੁਝ ਸਟੇਟਸ ਦਾ, ਮਹਾਰਾਸ਼ਟਰ, ਪੰਜਾਬ ਜਾਂ ਕੁਝ ਸਟੇਟਸ ਦੇ ਵਿੱਚ ਜਿੱਥੇ ਇਨਸੀਡੈਂਸ ਬਹੁਤ ਜ਼ਿਆਦਾ ਹੈ, ਉੱਥੇ ਤਾਂ ਇਹ ਵੈਕਸੀਨੇਸ਼ਨ ਸਰਕਾਰ ਪ੍ਰੋਵਾਈਡ ਕਰ ਰਹੀ ਹੈ। ਔਰ ਮੇਰੀ ਵੀ ਇਹ ਗੁਜ਼ਾਰਿਸ਼ ਹੈ ਕਿ ਵੈਕਸੀਨੇਸ਼ਨ ਸਾਰਿਆਂ ਲਈ ਹੀ ਅਵੇਲੇਬਲ ਕਰਾਈ ਜਾਏ, ਚਾਹੇ ਉਹਦੀ ਉਮਰ 17 ਤੋਂ ਕਿੰਨੀ ਵੀ ਸਾਲ ਹੋਏ, ਕਿਉਂਕਿ ਹਰੇਕ ਨੂੰ ਹੀ ਪ੍ਰੋਟੈਕਸ਼ਨ ਦੀ ਜ਼ਰੂਰਤ ਹੈ। ਦੂਸਰਾ ਸਵਾਲ ਆਮ ਤੌਰ ਤੇ ਹੁੰਦਾ ਜੀ ਕਿਹੜੀ ਵੈਕਸੀਨ ਲਵਾਈਏ। ਸਾਡੇ ਕੋਲ ਹੁਣ ਤੱਕ 2 ਵੈਕਸੀਨਸ ਹਿੰਦੁਸਤਾਨ ਦੇ ਵਿੱਚ ਸੀਗੀਆਂ, ਕੋਵਿਸ਼ੀਲਡ ਔਰ ਕੋਵੈਕਸਿਨ।
ਦੋਨੋਂ ਹੀ ਇਕੁਅਲੀ ਗੁੱਡ ਨੇ। ਉਸ ਚੀਜ਼ ਦਾ ਵਹਿਮ ਨਾ ਕਰੋ। ਜਿਸ ਚੀਜ਼ ਦਾ ਤੁਸੀਂ ਵਹਿਮ ਕਰਦੇ ਹੋ ਉਹ ਤਾਂ ਅਸੀਂ ਡਾਕਟਰਸ ਤੁਹਾਡੇ ਲਈ ਝੱਲ ਚੁੱਕੇ ਆ ਸਾਰਾ ਕੁਝ। ਅਸੀਂ ਵੈਕਸੀਨ ਦਾ ਰਿਸਕ ਅਸੀਂ ਆਪਣੀਆਂ ਮਨਾਂ ਤੇ ਦੇਹਾਂ ਤੇ ਅਸੀਂ ਲੈ ਚੁੱਕੇ ਹਾਂ। ਸਿਰਫ ਤੁਹਾਨੂੰ ਇਹ ਦੱਸਣ ਵਾਸਤੇ ਕਿ ਅਸੀਂ ਜਿੰਦੇ ਜਾਗਦੇ ਠੀਕ ਹਾਂ, ਵੈਕਸੀਨ ਲੈ ਕੇ ਤੁਸੀਂ ਵੀ ਠੀਕ ਰਹੋਗੇ। ਉਹ ਜਿਹੜਾ ਰਿਸਕ ਸੀਗਾ ਉਹ ਲੈਣ ਤੋਂ ਬਾਅਦ ਅਸੀਂ ਤੁਹਾਨੂੰ ਇਹ ਬੋਲ ਰਹੇ ਹਾਂ, ਉਹ ਲੈਣ ਤੋਂ ਪਹਿਲਾਂ ਨਹੀਂ ਬੋਲ ਰਹੇ। ਅਸੀਂ ਸਭ ਤੋਂ ਪਹਿਲਾਂ ਵੈਕਸੀਨ ਅਸੀਂ ਖੁਦ ਲਵਾਈ ਹੈ, ਫਿਰ ਅਸੀਂ ਆਪਣੇ ਸਟਾਫ ਨੂੰ ਔਰ ਫਿਰ ਅਸੀਂ ਸਾਰੀ ਪਬਲਿਕ ਨੂੰ ਐਡਵਾਈਜ਼ ਕੀਤਾ ਹੈ ਕਿ ਸਾਰੇ ਜਣੇ ਵੈਕਸੀਨ ਲਗਾਓ। ਔਰ ਹੋਰ ਵੀ ਵੈਕਸੀਨਸ ਸਰਕਾਰ ਨੇ ਹੁਣ ਤਾਂ ਅਵੇਲੇਬਲ ਕਰਾਉਣ ਵਾਸਤੇ ਕਿਹਾ ਹੈ। ਦੂਸਰੀਆਂ ਵੀ ਜਿਹੜੀਆਂ ਵੈਕਸੀਨਸ ਹੁਣ ਤੱਕ ਨਹੀਂ ਸੀ ਅਵੇਲੇਬਲ ਇੰਡੀਆ 'ਚ ਉਹ ਵੀ ਆਉਣ ਵਾਲੀਆਂ ਨੇ। ਔਰ ਕੀ ਹੋ ਰਿਹਾ ਕਿ ਇੱਕ ਸਵਾਲ ਇਹ ਹੁੰਦਾ ਕਿ ਜੇ ਵੈਕਸੀਨ ਲੱਗ ਜਾਊਗੀ ਤਾਂ ਕੀ ਮੈਨੂੰ ਕਰੋਨਾ ਨਹੀਂ ਹੋਊਗਾ? ਦੇਖੋ, ਵੈਕਸੀਨ ਨੇ ਤੁਹਾਡੀ ਬਾਡੀ ਦੀ ਇਮਿਊਨਿਟੀ ਇੰਪਰੂਵ ਕਰਨੀ ਹੈ। ਸੋ ਜਿਹੜੀ ਕਰੋਨਾ ਹੋਣਾ ਉਹ ਆਪਣੇ ਡ੍ਰੌਪਲੇਟਸ ਤੋਂ, ਨੇਜ਼ਲ ਡ੍ਰੌਪਲੇਟਸ ਤੋਂ ਹੋਣਾ। ਸੋ ਕਰੋਨਾ ਦਾ ਰਿਸਕ ਤੁਹਾਨੂੰ ਫਿਰ ਵੀ ਰਹੂਗਾ। ਫਿਰ ਵੀ ਵੀ ਸੇ ਕੀਪ ਯੋਰ ਮਾਸਕਸ ਔਨ, ਨੈਵਰ ਲੀਵ ਯੋਰ ਮਾਸਕ, ਸੋਸ਼ਲ ਡਿਸਟੈਂਸਿੰਗ, ਹੈਂਡ ਵਾਸ਼ਿੰਗ, ਇਹ ਚੀਜ਼ਾਂ ਤੁਸੀਂ ਫਿਰ ਵੀ ਫੋਲੋ ਕਰੋਗੇ। ਫਾਇਦਾ ਕੁਛ ਹੋਊਗਾ ਇਹਦਾ? ਕੀ ਫਾਇਦਾ ਹੋਊਗਾ ਤੁਹਾਨੂੰ ਵੈਕਸੀਨ ਦਾ? ਫਾਇਦਾ ਵੈਕਸੀਨ ਦਾ ਡੈਫੀਨੇਟਲੀ ਇਹ ਹੋਊਗਾ ਤੁਹਾਨੂੰ ਕਿ ਤੁਸੀਂ ਸੀਰੀਅਸ ਨਹੀਂ ਹੋਵੋਗੇ। ਸ਼ਾਇਦ ਤੁਹਾਨੂੰ ਹਸਪੀਟਲਾਈਜੇਸ਼ਨ ਦੀ ਲੋੜ ਵੀ ਨਹੀਂ ਪਊਗੀ। ਤੁਹਾਡੇ ਲਈ ਉਹ ਬਿਮਾਰੀ ਆਮ ਹੀ ਜ਼ੁਕਾਮ ਵਰਗੀ ਬਣ ਕੇ ਚਲੀ ਜਾਊਗੀ। ਤਾਂ ਤੁਹਾਨੂੰ ਉਹ ਜਿਹੜਾ ਹਸਪੀਟਲਾਈਜੇਸ਼ਨ, ਡੈਥ, ਉਹ ਸਾਰੇ ਰਿਸਕ ਤੁਹਾਡੇ ਖਤਮ ਹੋ ਜਾਣਗੇ। ਸੈਕਿੰਡ ਥਿੰਗ, ਕਿੰਨੀ ਇਮਿਊਨਿਟੀ ਸਾਡੀ ਬਾਡੀ ਦੇ ਵਿੱਚ ਕਦੋਂ ਬਣੂਗੀ? ਜਦੋਂ ਦੋਨੋਂ ਡੋਜ਼ਸ ਵੈਕਸੀਨਸ ਦੀਆਂ ਲੱਗ ਜਾਣਗੀਆਂ ਔਰ ਉਸ ਤੋਂ 15 ਦਿਨ ਬਾਅਦ ਤੱਕ ਫਿਰ ਤੁਹਾਡੀ ਬਾਡੀ ਦੇ ਵਿੱਚ ਇਮਿਊਨਿਟੀ ਬਣ ਜਾਂਦੀ ਹੈ। ਬਹੁਤ ਵਾਰੀ ਕੀ ਹੋ ਰਿਹਾ ਕਿ ਵੈਕਸੀਨ ਦੋਨੋਂ ਲੱਗ ਗਈਆਂ ਔਰ ਉਸ ਤੋਂ ਬਾਅਦ ਵੀ ਬੰਦਾ ਕੋਵਿਡ ਪੋਜ਼ਿਟਿਵ ਹੋ ਗਿਆ। ਸੋ ਆਈਸੋਲੇਸ਼ਨ ਫਿਰ ਵੀ ਰਿਕੁਆਇਰਡ ਹੈ। ਇਹ ਬੰਦਾ ਸੀਰੀਅਸ ਨਹੀਂ ਹੋਊਗਾ, ਇਹ ਹਲਕੀ ਫੁਲਕੀ ਦਵਾਈ ਨਾਲ ਹੀ ਜਲਦੀ ਠੀਕ ਹੋ ਜਾਊਗਾ। ਪਰ ਇਹ ਬੰਦੇ ਦੀ ਰਿਸਪੌਂਸਿਬਿਲਿਟੀ ਕੀ ਹੈ ਕਿ ਮੈਂ ਆਪਣੇ ਤੋਂ ਦੂਸਰਿਆਂ ਨੂੰ ਨਾ ਹੋਣ ਦੇਵਾਂ। ਸੋ ਆਈਸੋਲੇਸ਼ਨ, 15 ਦਿਨ ਦਾ ਸਪੇਸਿੰਗ ਟਾਈਮ ਦੇ ਵਿੱਚ ਕਿ ਮੈਂ ਨਾ ਮਿਲਾਂ ਕਿਸੇ ਨੂੰ, 20 ਦਿਨ ਦਾ, ਔਰ ਫਿਰ ਰਿਪੀਟ ਟੈਸਟ ਅਗਰ ਨੈਗੇਟਿਵ ਆਉਂਦਾ ਫਿਰ ਬੰਦਾ ਰੈਗੂਲਰ ਕੰਮ ਦੇ ਵਿੱਚ ਆ ਜਾਂਦਾ। ਫਿਰ ਕਈ ਵਾਰੀ ਕੀ ਹੋ ਰਿਹਾ ਹੈ ਕਿ ਇੱਕ ਵੈਕਸੀਨ ਲੱਗ ਗਈ ਫਿਰ ਬੰਦਾ ਪੋਜ਼ਿਟਿਵ ਹੋ ਗਿਆ। ਨੋ ਪ੍ਰੋਬਲਮ, ਤੁਸੀਂ ਹਾਲੇ ਵੀ ਨਾ ਲੱਗਣ ਵਾਲਿਆਂ 'ਚੋਂ ਤੁਸੀਂ ਬੈਟਰ ਹੋਵੋਗੇ, ਚਾਹੇ ਤੁਹਾਨੂੰ ਦੂਸਰੀ ਵੈਕਸੀਨ ਨਹੀਂ ਲੱਗੀ ਸੀਗੀ। ਜੇ ਤੁਹਾਨੂੰ ਹੋ ਗਿਆ, ਕੋਵਿਡ ਦਾ ਟ੍ਰੀਟਮੈਂਟ ਕਰਾਓ ਉਸੇ ਤਰ੍ਹਾਂ ਹੀ ਜਿਵੇਂ ਮੈਂ ਦੱਸਿਆ, ਮਾਈਲਡ ਡਿਜ਼ੀਜ਼ ਘਰੇ, ਪਰ ਬਿਨਾਂ ਡਾਕਟਰ ਤੋਂ ਨਹੀਂ, ਬਿਨਾਂ ਡਾਕਟਰ ਦੀ ਸਲਾਹ ਤੋਂ ਨਹੀਂ। ਤੁਸੀਂ ਡਾਕਟਰ ਕੋਲੇ, ਜਿਹੜੇ ਡਾਕਟਰਸ ਟਰੀਟ ਕਰਦੇ ਨੇ ਕੋਵਿਡ ਪੇਸ਼ੈਂਟਸ, ਉਹਨਾਂ ਦੀ ਹੀ ਸਲਾਹ ਲੈਣੀ ਹੈ। ਤੁਸੀਂ ਇਹ ਨਹੀਂ ਕਰਨਾ ਕਿ ਮੈਂ ਗਲੂਕੋਜ਼ ਲਵਾ ਲਿਆ, ਮੈਂ ਇਹ ਕਰ ਲਿਆ, ਮੈਨੂੰ ਤਾਂ ਟਾਈਫਾਈਡ ਸੀ, ਮੇਰੇ ਤਾਂ ਸੈੱਲ ਘਟ ਗਏ ਸੀ। ਨਹੀਂ ਨਹੀਂ ਨਹੀਂ, ਕਰੋਨਾ 'ਚ ਹੀ ਸੈੱਲ ਘਟਦੇ ਆ। ਕਰੋਨਾ 'ਚ ਹੀ ਬੁਖਾਰ ਹੋ ਕੇ ਉਤਰ ਜਾਂਦਾ ਹੈ। ਪੇਸ਼ੈਂਟ ਕਹਿੰਦਾ ਬੁਖਾਰ ਹੋਇਆ, ਉਤਰ ਗਿਆ, ਮੈਂ ਤਾਂ ਠੀਕ ਸੀ ਜੀ, ਬਸ ਸੈੱਲ ਘਟੇ ਸੀ। ਉਹ ਸੈੱਲ ਸੁਲ ਕੋਵਿਡ ਦੀ ਬਿਮਾਰੀ 'ਚ ਹੀ ਘਟਦੇ ਨੇ, ਉਹ ਡੇਂਗੂ ਵਾਂਗੂ ਨਹੀਂ ਘਟਦੇ। ਸਾਨੂੰ ਕਰੋਨਾ ਵਾਲੇ ਪੇਸ਼ੈਂਟਸ ਦੇ ਸੈੱਲ ਜਿਵੇਂ ਅਸੀਂ ਪਲੇਟਲੇਟਸ ਚੜਾਉਂਦੇ ਸੀ ਉਹ ਨਹੀਂ ਚੜਾਉਣੇ ਪੈਂਦੇ। ਸੋ ਇਹ ਜਿਹੜਾ ਪੇਸ਼ੈਂਟ ਨੂੰ, ਜੇ ਉਸ ਪੇਸ਼ੈਂਟ ਨੂੰ ਇੱਕ ਵੈਕਸੀਨ ਲੱਗ ਚੁੱਕੀ ਹੈ, ਕੋਵਿਡ ਹੋ ਗਿਆ, ਕੋਵਿਡ ਤੋਂ ਠੀਕ ਹੋ ਜਾਓ, 1 ਮਹੀਨਾ ਹੋਰ ਵੇਟ ਕਰੋ, ਫਿਰ ਦੂਸਰੀ ਵੈਕਸੀਨੇਸ਼ਨ ਲਗਾਓ। ਸੋ ਅੱਜ ਦੀ ਡੇਟ ਦੇ ਵਿੱਚ ਸਭ ਨੂੰ ਰਿਕੁਐਸਟ ਹੈ ਕਿ ਅਸੀਂ ਹਾਲੇ ਪੀਕ ਤੇ ਪਹੁੰਚਣਾ ਹੈ ਸੈਕਿੰਡ ਵਾਲੀ ਦੇ। ਇਹ ਸਾਨੂੰ ਕੋਵਿਡ ਪ੍ਰੋਟੋਕੋਲ ਜਿਹਨੂੰ ਅਸੀਂ ਕਹਿ ਰਹੇ ਹਾਂ, ਸਾਨੂੰ ਆਪਣੀ ਲਾਈਫ ਦੇ ਵਿੱਚ ਹਰ ਰੋਜ਼ ਇਸੇ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈ। ਅਸੀਂ ਇਹਦੇ ਨਾਲ ਹੀ ਜੀਣਾ, ਜਿਵੇਂ ਅਸੀਂ ਸ਼ੂਗਰ ਦੇ ਨਾਲ ਜੀਂਦੇ ਹਾਂ, ਅਸੀਂ ਬਲੱਡ ਪ੍ਰੈਸ਼ਰ ਦੇ ਨਾਲ ਜੀਂਦੇ ਹਾਂ। ਸੋ ਸਾਨੂੰ ਇਹ ਬਿਮਾਰੀ ਦੇ ਨਾਲ ਹਾਲੇ ਬੜੀ ਲੰਬੀ ਦੇਰ ਜੀਣਾ ਹੈ। ਇਸ ਵਾਸਤੇ ਆਪਣੇ ਆਪ ਜਿਹੜੀਆਂ ਇਹ ਚੀਜ਼ਾਂ 4-5 ਨੇ, ਅਨਨੈਸੈਸਰੀ ਟਰੈਵਲ ਨਾ ਕਰੋ। ਇੱਕ ਵਾਰੀ ਜਾਂਦੇ ਹੋ, ਮਾਸਕ ਪਾ ਕੇ ਜਾਓ, ਸਾਰਾ ਸਮਾਨ ਇੱਕੋ ਵਾਰੀ ਲੈ ਆਓ ਜਿਹੜਾ ਲੈਣਾ ਹੈ। ਬਾਰ-ਬਾਰ ਬੇਮਤਲਬ ਟਰੈਵਲ, ਬੇਮਤਲਬ ਫਲਾਣੇ ਨੂੰ ਮਿਲਣਾ, ਬੇਮਤਲਬ ਜੇ ਕਿਸੇ ਦੀ ਡੈਥ ਹੁੰਦੀ ਹੈ ਤਾਂ ਉਵੇਂ ਹੀ ਜ਼ੂਮ ਮੀਟਿੰਗਸ ਕਰਕੇ ਹੀ ਅਫਸੋਸ ਕਰ ਦਿਓ। ਹਰ ਜਗ੍ਹਾ 'ਤੇ ਜਦੋਂ ਆਪਾਂ ਜਾਂਦੇ ਹਾਂ, ਆਪਾਂ ਜਿੱਥੇ ਵੀ ਆਪਾਂ ਮੱਥਾ ਟੇਕਦੇ ਹਾਂ, ਦੂਸਰਾ ਆਪਾਂ ਉੱਥੇ ਉਹੋ ਜਿਹਾ ਸਾਹ ਛੱਡਦੇ ਹਾਂ। ਜਿਹੜਾ ਪੋਜ਼ਿਟਿਵ ਪੇਸ਼ੈਂਟ ਆ ਕੇ ਉੱਥੇ ਝੁੱਕ ਕੇ ਗਿਆ,
ਉਹਦੇ ਵੀ ਸਾਹ ਉੱਥੇ ਨੇ, ਜਿਹੜਾ ਦੂਸਰਾ ਪੇਸ਼ੈਂਟ ਨੈਕਸਟ ਆ ਰਿਹਾ ਬੰਦਾ ਉਹਦੇ ਵੀ ਸਾਹ ਉੱਥੇ ਨੇ। ਸੋ ਮਾਸਕ ਪਾਣਾ ਹਰ ਵੇਲੇ ਬਹੁਤ ਹੀ ਜ਼ਰੂਰੀ ਹੈ, ਔਰ ਦੂਰ ਦੂਰ ਬੈਠਣਾ ਔਰ ਇਕੱਠ ਨਾ ਕਰਨਾ। ਔਰ ਇਹ ਚੀਜ਼ਾਂ ਹਮੇਸ਼ਾ ਆਪਾਂ ਨੂੰ ਹੁਣੇ ਆਦਤ ਬਣ ਜਾਣੀਆਂ ਚਾਹੀਦੀਆਂ। ਆਪਾਂ ਨੂੰ ਇਹ ਆਦਤ ਮਤਲਬ ਜੇ ਆਪਾਂ ਨੂੰ ਪਾਣੀ ਲੱਭੇ ਨਾ, ਕਿਤੇ ਸੈਨੀਟਾਈਜ਼ਰ ਲੱਭੇ ਨਾ, ਤਾਂ ਸਾਨੂੰ ਇਹ ਹੱਥ 'ਚ ਸਾਡੇ ਆਦਤ ਹੀ ਹੋਣੀ ਚਾਹੀਦੀ ਹੈ, ਬਈ ਮੈਂ ਇੱਥੇ ਹੱਥ ਲਗਾਇਆ, ਮੈਂ ਸੈਨੀਟਾਈਜ਼ ਕਰ ਲਵਾਂ, ਮੈਂ ਹੁਣੇ ਹੀ ਮੈਂ ਖਾਣਾ ਖਾਣ ਤੋਂ ਪਹਿਲਾਂ ਮੈਂ ਹੱਥ ਜ਼ਰੂਰੀ ਧੋਵਾਂ, ਮੈਂ ਅੰਦਰ ਘਰ ਦੇ ਵੜਨਾ ਮੈਂ ਜੁੱਤੀ ਲਾ ਕੇ ਵੜਾਂ। ਸੋ ਜਾਂਦੇ ਹੀ ਹੱਥ ਮੂੰਹ ਧੋਈਏ, ਜਿਵੇਂ ਆਪਾਂ ਨੂੰ ਸਿਖਾਇਆ ਸੀ। ਗੁਰਦੁਆਰਿਆਂ ਦੇ ਬਾਹਰ ਕਿਉਂ ਪਾਣੀ ਹੁੰਦਾ, ਕਿਉਂ ਆਪਾਂ ਸਿਖਾਉਂਦੇ, ਕਿਉਂਕਿ ਸਾਨੂੰ ਸਿਖਾਇਆ ਸੀ ਤੁਸੀਂ ਆਉਂਦੇ ਹੋ ਹੱਥ ਧੋਵੋ, ਪੈਰ ਧੋਵੋ। ਸੋ ਇਹ ਚੀਜ਼ਾਂ ਇਹਨਾਂ ਨੂੰ ਦਿਮਾਗ 'ਚ ਰੱਖੋ ਹਰ ਟਾਈਮ, ਇਹ ਹਰ ਜਗ੍ਹਾ ਤੇ ਫੋਲੋ ਕਰੋ, ਇਹ ਬਹੁਤ ਜ਼ਰੂਰੀ ਹੈ। ਸੈਕਿੰਡ ਵੇਵ ਤੋਂ ਬਚਣਾ ਬਹੁਤ ਜ਼ਰੂਰੀ ਹੈ, ਔਰ ਅਸੀਂ ਬਚ ਸਕਦੇ ਹਾਂ, ਔਰ ਸਾਨੂੰ ਇਹਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਤੁਸੀਂ ਬਿਮਾਰ ਹੁੰਦੇ ਹੋ, ਜਦੋਂ ਸਿੱਖ ਹੁੰਦੇ ਹੋ, ਸਾਡੇ ਕੋਲ ਪੇਸ਼ੈਂਟ ਬਹੁਤ ਸੀਰੀਅਸ ਹਾਲਤ 'ਚ ਆਉਂਦੇ ਨੇ, ਮੇਰੀ ਗੁਜ਼ਾਰਿਸ਼ ਇਹੀ ਹੈ ਉਸ ਹਾਲਤ 'ਚ ਆਓ ਜਦੋਂ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਫਟਾਫਟ ਰਾਜੀ ਹੋ ਕੇ ਚਲੇ ਜਾਓਗੇ। ਉਹ ਟਾਈਮ ਦੈਟਸ ਅ ਗੁੱਡ ਟਾਈਮ ਕਿ ਕੋਈ ਨਹੀਂ, ਆਓ ਤੁਸੀਂ ਇਲਾਜ ਕਰਾਓ, ਤੁਸੀਂ ਰਾਜੀ ਹੋ ਕੇ ਚਲੇ ਜਾਓਗੇ। ਉਹ ਜਿਹੜੀ ਦੂਸਰੀ ਹਾਲਤ 'ਚ ਜਦੋਂ ਦੱਸਣਾ ਹੁੰਦਾ ਨਾ, ਉਹ ਬਹੁਤ ਦੁਖਦਾਈ ਹੁੰਦਾ। ਥੈਂਕ ਯੂ ਵੈਰੀ ਮਚ।